चोर ने हुण डरदे आ, ये कदी मुकरदे आ, कोई ये किसी बयान ते खड़े उस दिन दे, कदी तां कहिंदे आ भी इन्हां ने चक के सारे अधिकारी इन्हां ने सस्पेंड करते, कदी इन्हां ने आखता कि डॉक्टर रूप सिंह जिहड़ा श्रोमणी कमेटी दा सकत्तर उस नूं पता दी। हुण ये कहिंदे आ जी ये सारा कुछ श्रोमणी कमेटी आप करूगी, की करूगी? ये नरैणू महंतां वर्गी उन्हां वर्गी इन्हां च रूह आ चुकी है। ये सिख पंथ दे सिख सिद्धांतां दे कातल ते दुश्मन बन चुके ने, इन्हां ते पंथ नूं कोई विश्वास नहीं रहा। श्रोमणी गुरुद्वारा प्रबंधक कमेटी ते इस दा प्रधान लौंगोवाल खालसा पंथ नूं इस गल दा जवाब देवे कि अज तक जिन्ने भी थावां ते गुरु ग्रंथ साहिब जी दे सरूपां दी बेअदबी होई है ते जिन्ने थावां ते गुरु साहिब जी दे दोषी फड़े गए ने, कि श्रोमणी कमेटी ने गुरु साहिब जी दे दोषियां दे बरखिलाफ एक भी धर्म दी संस्था वालों कोई वकील दिता पंथ नूं करके? ਸਮੂਹ ਸਿੱਖ ਸੰਗਤ ਵੱਲੋਂ ਅੱਜ ਅੰਮ੍ਰਿਤਸਰ ਦੇ ਡੀਸੀ ਦਫ਼ਤਰ ਦੇ ਵਿੱਚ ਸਮੂਹ ਸੰਗਤ ਅੱਜ ਇਕੱਠੀ ਹੋਈ ਹੈ ਤੇ ਉਹਨਾਂ ਦੇ ਵੱਲੋਂ ਅੱਜ ਇੱਕ ਮੰਗ ਪੱਤਰ ਅੰਮ੍ਰਿਤਸਰ ਦੇ ਡੀਸੀ ਨੂੰ ਦਿੱਤਾ ਗਿਆ। ਇਸ ਵੇਲੇ ਸਿੱਖ ਸੰਗਤਾਂ ਇੱਥੇ ਪਹੁੰਚੀਆਂ ਨੇ, ਉਹਨਾਂ ਨਾਲ ਗੱਲਬਾਤ ਕਰਾਂਗੇ। ਹਾਂਜੀ ਸਰ, ਕੀ ਕਹਿਣਾ ਚਾਹੁੰਦੇ ਹੋ ਜਿਹੜਾ ਅੱਜ ਮੰਗ ਪੱਤਰ ਤੁਹਾਡੇ ਵੱਲੋਂ ਦਿੱਤਾ ਗਿਆ ਜੀ? ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਅਜਨਾਲਾ, ਉਹਨਾਂ ਦੇ ਨਾਲ ਉਹਨਾਂ ਦੀ ਗਵਾਹੀ ਸਾਰੇ ਸਿੰਘ ਅੱਜ ਇੱਥੇ ਅਸੀਂ ਪਹੁੰਚੇ ਹੋਏ ਹਾਂ। ਜਿਹੜਾ 328 ਸਰੂਪ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼੍ਰੋਮਣੀ ਕਮੇਟੀ ਚੋਂ ਲਾਪਤਾ ਹੋਏ ਨੇ, ਉਹਨਾਂ ਬਾਰੇ ਅਜੇ ਤੱਕ ਕੋਈ ਇਹਨਾਂ ਵੱਲੋਂ ਕੁਝ ਨਹੀਂ ਦੱਸਿਆ ਜਾ ਰਿਹਾ। ਇਹਦੇ ਲਈ ਅਸੀਂ ਅੱਜ ਡੀਸੀ ਸਾਹਿਬ ਨੂੰ ਇੱਕ ਮੰਗ ਪੱਤਰ ਦੇਣ ਆਏ ਹਾਂ ਕਿ ਸਰਕਾਰ ਪ੍ਰਸ਼ਾਸਨ ਇਹਦੇ 'ਤੇ ਤੁਰੰਤ ਹਰਕਤ 'ਚ ਆ ਕੇ ਤੇ ਜਿਹੜੇ ਆ ਇਸ ਚੀਜ਼ ਦੇ ਜਿਹੜੀ ਆ ਸ਼੍ਰੋਮਣੀ ਕਮੇਟੀ ਤੇ ਸਾਰਾ ਪੰਥ ਸਰਕਾਰ ਇੱਥੇ ਦਬਾਅ ਬਣਾਵੇ ਔਰ ਪੰਥ ਨੂੰ ਜਵਾਬ ਦੇਵੇ SGPC ਕਿ ਉਹ ਸਰੂਪ ਕਿੱਥੇ ਨੇ। ਇਸ ਦੇ ਲਈ ਮੁੱਖ ਦੋਸ਼ੀ ਇਸ ਦਾ ਬਾਦਲ ਪਰਿਵਾਰ ਆ ਤੇ ਅਸੀਂ ਉਹਨਾਂ ਦੀ ਵੀ ਕਹਿੰਦੇ ਆ ਵੀ ਜਿਹੜੇ ਕਟਹਿਰੇ 'ਚ ਖੜੇ ਹੋਣੇ ਚਾਹੀਦੇ ਸਾਰੇ ਕਾਸੇ ਲਈ। ਜਦੋਂ ਇਹਨਾਂ ਦੀ ਸਰਕਾਰ ਸੀ ਉਦੋਂ ਵੀ ਬੇਅਦਬੀਆਂ ਇਹਨਾਂ ਦੀ ਸਰਕਾਰ 'ਚ ਹੋਈਆਂ, ਅੱਜ ਤਾਂ ਉਦੋਂ ਸਰਕਾਰ 'ਚ ਹੁੰਦਿਆਂ ਬਾਹਰ ਬੇਅਦਬੀਆਂ ਕਰਾਈਆਂ ਜੀ, ਅੱਜ ਅੰਦਰ ਨੇ ਤੇ ਅੰਦਰ ਵੀ ਕਰਾਈ ਜਾਂਦੇ ਤੇ ਕੁਛ ਨਾ ਕੁਛ ਅਸੀਂ ਇੱਥੇ। ਸਰ, ਤੁਹਾਡੇ ਵੱਲੋਂ ਕੀ ਮੰਗ ਕੀਤੀ ਗਈ ਹੈ ਡੀਸੀ ਦਫ਼ਤਰ ਦੇ ਵਿੱਚ? ਅੱਜ ਜਿਹੜਾ ਮੰਗ ਪੱਤਰ ਦਿੱਤਾ ਗਿਆ ਉਹਦੇ ਵਿੱਚ ਕੀ ਲਿਖਿਆ ਗਿਆ ਤੁਹਾਡੇ ਵੱਲੋਂ? ਇਤਨੇ ਵੀ ਅਜੇ ਤੱਕ ਜਿਹੜਾ ਆ ਕਿ ਪਹਿਲੇ ਸਰੂਪਾਂ ਦੀ ਜਿੰਨਾ ਚਿਰ ਸਾਂਭ ਸੰਭਾਲ ਨਹੀਂ ਹੁੰਦੀ ਉਨੀ ਦੇਰ ਤੱਕ ਨਵੀਂ ਜਿਹੜੀ ਆ ਗੁਰੂ ਸਾਹਿਬ ਜੀ ਦੀ ਪ੍ਰਕਾਸ਼ਨਾ ਦੇ ਉੱਤੇ ਰੋਕ ਲਾਈ ਜਾਵੇ, ਅਜੇ ਸਰੂਪ ਨਾ ਛਾਪੇ ਜਾਣ। ਸਰ, ਤੁਹਾਡੇ ਵੱਲੋਂ ਕਿਹਾ ਜਾ 328 ਸਰੂਪ ਜਿਹੜੇ ਬੇਅਦਬੀ ਹੋਈ ਆ ਉਹਨਾਂ ਦੀ ਜਿਹੜੇ ਗੈਪ ਹੋਏ ਨੇ ਉਹਨਾਂ 'ਤੇ ਕੀ ਕਹਿਣਾ ਚਾਹੁੰਦੇ ਹੋ? ਉਹ 'ਤੇ ਵੀ ਤੁਹਾਡੇ ਵੱਲੋਂ ਕਿਹਾ ਜਾ ਰਿਹਾ ਕਿ ਯੂ ਟਰਨ ਜਿਹੜਾ ਲਿੱਤਾ ਗਿਆ ਹੁਣ ਤੱਕ। ਇਹ ਤਾਂ ਫਿਰ ਚੋਰ ਨੇ ਹੁਣ ਡਰਦੇ ਆ, ਇਹ ਕਦੀ ਮੁਕਰਦੇ ਆ, ਕੋਈ ਇਹ ਕਿਸੇ ਬਿਆਨ ਤੇ ਖੜੇ ਉਸ ਦਿਨ ਦੇ, ਕਦੀ ਤਾਂ ਕਹਿੰਦੇ ਆ ਵੀ ਇਹਨਾਂ ਨੇ ਚੱਕ ਕੇ ਸਾਰੇ ਅਧਿਕਾਰੀ ਇਹਨਾਂ ਨੇ ਸਸਪੈਂਡ ਕਰਤੇ, ਕਦੀ ਇਹਨਾਂ ਨੇ ਆਖਤਾ ਕਿ ਡਾਕਟਰ ਰੂਪ ਸਿੰਘ ਜਿਹੜਾ ਸ਼੍ਰੋਮਣੀ ਕਮੇਟੀ ਦਾ ਸਕੱਤਰ ਉਸ ਨੂੰ ਪਤਾ ਦੀ ਉਸ ਗੱਲ ਦਾ। ਹੁਣ ਇਹ ਕਹਿੰਦੇ ਆ ਜੀ ਇਹ ਸਾਰਾ ਕੁਝ ਸ਼੍ਰੋਮਣੀ ਕਮੇਟੀ ਆਪ ਕਰੂਗੀ, ਕੀ ਕਰੂਗੀ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਇਸ ਦਾ ਪ੍ਰਧਾਨ ਲੌਂਗੋਵਾਲ ਖਾਲਸਾ ਪੰਥ ਨੂੰ ਇਸ ਗੱਲ ਦਾ ਜਵਾਬ ਦੇਵੇ ਕਿ ਅੱਜ ਤੱਕ ਜਿੰਨੇ ਵੀ ਥਾਵਾਂ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਬੇਅਦਬੀ ਹੋਈ ਹੈ ਤੇ ਜਿੰਨੇ ਥਾਵਾਂ ਤੇ ਗੁਰੂ ਸਾਹਿਬ ਜੀ ਦੇ ਦੋਸ਼ੀ ਫੜੇ ਗਏ ਨੇ, ਕਿ ਸ਼੍ਰੋਮਣੀ ਕਮੇਟੀ ਨੇ ਗੁਰੂ ਸਾਹਿਬ ਜੀ ਦੇ ਦੋਸ਼ੀਆਂ ਦੇ ਬਰਖਿਲਾਫ ਇੱਕ ਵੀ ਧਰਮ ਦੀ ਸੰਸਥਾ ਵੱਲੋਂ ਕੋਈ ਵਕੀਲ ਦਿੱਤਾ ਪੰਥ ਨੂੰ ਕਰਕੇ? ਜਿਹੜੇ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਬੁਰਜਬਾਰ ਸਿੰਘ ਵਾਲਾ ਦੇ ਰੋਸ ਵਜੋਂ ਕੋਟਪੂਰੇ ਧਰਨੇ ਤੇ ਬੈਠੇ ਸੀ, ਭਾਈ ਕ੍ਰਿਸ਼ਨ ਭਗਵਾਨ ਸਿੰਘ ਤੇ ਭਾਈ ਗੁਰਜੀਤ ਸਿੰਘ, ਉਹ ਦੋ ਸਿੱਖ ਸ਼ਹੀਦ ਹੋ ਗਏ। ਉਹ ਬਾਦਲ ਦੀ ਸਰਕਾਰ ਸਮੇਂ ਹੋਏ, ਬਾਦਲ ਦੇ ਆਰਡਰ ਨਾਲ ਗੋਲੀ ਚੱਲੀ, ਪੁਲਿਸ ਨੇ ਗੋਲੀ ਚਲਾਈ, ਉੱਥੇ ਸਿੰਘ ਸ਼ਹੀਦ ਹੋਏ। ਉਹਨਾਂ ਕਾਤਲ ਪੁਲਿਸ ਅਫਸਰਾਂ ਦੇ ਖਿਲਾਫ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੀ ਆਵਾਜ਼ ਉਠਾਈ ਆ? ਕੀ ਕੋਈ ਵਕੀਲ ਪੰਥ ਨੂੰ ਕਰਕੇ ਦਿੱਤਾ? ਕੀ ਉਹਨਾਂ ਦੋਸ਼ੀਆਂ ਦੇ ਬਰਖਿਲਾਫ ਕੋਈ ਖੜੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ? ਕੀ ਅੱਜ ਪੰਥ ਨੂੰ ਇਹ ਕੀ ਦੇਵੇਗੀ? ਅਸੀਂ ਕਹਿੰਦੇ ਆ, ਇਹ ਕਹਿੰਦੇ ਜੀ ਅਸੀਂ ਆਪੇ ਸੁਲਝਾ ਲਾਂਗੇ। ਕੀ ਮਸਲਾ ਸੁਲਝਾਊਗੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ? ਕੁਛ ਨਹੀਂ ਸੁਲਝਾ ਸਕਦੀ। ਇਹ ਜਿਹੜੀ ਆ ਇਹ ਨਰੈਣੂ ਮਹੰਤਾਂ ਵਰਗੀ ਉਹਨਾਂ ਵਰਗੀ ਇਹਨਾਂ 'ਚ ਰੂਹ ਆ ਚੁੱਕੀ ਹੈ। ਇਹ ਸਿੱਖ ਪੰਥ ਦੇ ਸਿੱਖ ਸਿਧਾਂਤਾਂ ਦੇ ਕਾਤਲ ਤੇ ਦੁਸ਼ਮਣ ਬਣ ਚੁੱਕੇ ਨੇ, ਇਹਨਾਂ ਤੇ ਪੰਥ ਨੂੰ ਕੋਈ ਵਿਸ਼ਵਾਸ ਨਹੀਂ ਰਿਹਾ ਜੀ। ਇਹ ਸਮਝਦੇ ਕਿ ਡਾਕਟਰ ਰੂਪ ਸਿੰਘ ਨੂੰ ਸਾਰਾ ਕੁਝ ਪਤਾ ਹੈ ਕਿ ਹੁਣੇ ਅਸਤੀਫਾ ਦਿੱਤਾ ਗਿਆ, ਪਹਿਲਾਂ ਕਿਉਂ ਨਹੀਂ ਅਸਤੀਫਾ ਦਿੱਤਾ ਗਿਆ ਜੀ ਉਹਨਾਂ ਦੇ ਵੱਲੋਂ? ਇਹ ਸਾਰਾ ਕੁਝ ਇਹ ਤੇ ਆਪ ਦੱਸਣ, ਹੁਣ ਲੌਂਗੋਵਾਲ ਦੱਸੇ ਇਹ ਸਾਰੀ ਕਮੇਟੀ ਬਿਠਾਉਣ। ਇਹਨਾਂ ਦੀ ਅੰਤਰ ਕਮੇਟੀ ਵੀ ਕਰਪਟ ਹੋ ਚੁੱਕੀ ਆ, ਇਹਨਾਂ ਦਾ ਪ੍ਰਧਾਨ ਕਰਪਟ ਹੋ ਚੁੱਕਾ। ਜੋ ਕੁਝ ਬਾਦਲ ਦੇ ਡਰਾਮਿਆਂ ਤੇ ਹੋ ਰਿਹਾ ਸਾਰਾ ਕੁਝ ਇਹਨਾਂ ਨੂੰ ਸਾਰਾ ਪਤਾ ਅੰਦਰ ਕੀ ਵਾਪਰਿਆ। ਪਰ ਪ੍ਰਧਾਨ ਜੀ ਵੱਲੋਂ ਕਿਹਾ ਜਾ ਰਿਹਾ ਕਿ ਜਿਹੜੇ ਗੁਟਕਾ ਸਾਹਿਬ ਦੀ ਜਿਹੜੇ ਗੈਪ ਹੋਏ ਨੇ 328 ਸਰੂਪ ਉਹ ਰਜਿਸਟਰ ਦੇ ਉੱਪਰ ਨਹੀਂ ਚੜਾਏ ਗਏ ਤੇ ਸੰਗਤਾਂ ਨੂੰ ਦਿੱਤੇ ਗਏ ਨੇ। ਕਿਉਂ ਨਹੀਂ ਚੜਾਏ ਗਏ? ਗੁਰੂ ਗ੍ਰੰਥ ਸਾਹਿਬ ਜੀ ਦੀ ਛਪਾਈ ਹੋਣੀ, ਬਾਹਰ ਜਾਣੇ, ਏਡੀ ਵੱਡੀ ਗੱਲ। ਇਹ ਝੂਠ ਮਾਰਦੇ ਨੇ, ਇਹ ਚੋਰ ਨੇ, ਸਾਰਾ ਇਹਨਾਂ ਨੂੰ ਪਤਾ ਹੈ। ਇਹ ਵੱਧ ਪੇਪਰ ਲਿਆ ਕੇ ਜਿਹੜਾ ਮੁੜ ਕੇ ਉਹਦੇ 'ਚੋਂ ਜਿਹੜਾ ਪੇਪਰ ਬਚ ਜਾਂਦਾ ਉਹਦੇ ਮੁਤਾਬਕ ਇਹ ਬਚੇ ਹੋਏ ਪੇਪਰ ਦੀ ਮੁੜ ਕੇ ਛਪਾਈ ਕਰਕੇ ਇਹ ਵੇਚਦੇ ਆ, ਵਪਾਰ ਕਰਦੇ ਆ ਗੁਰੂ ਦਾ। ਇਹ ਦੋਸ਼ੀ ਨੇ। ਸਰ, ਇਹਨਾਂ ਦੇ ਵੱਲੋਂ ਇੱਕ ਕਮੇਟੀ ਵੀ ਬਣਾਈ ਗਈ ਹੈ, ਐਗਜ਼ੈਕਟਿਵ ਕਮੇਟੀ, ਜਿਹਦੇ ਵਿੱਚ ਕਿਹਾ ਜਾ ਰਿਹਾ ਕਿ ਉਹ ਉਹਨਾਂ ਦੇ ਉੱਪਰ ਕਾਰਵਾਈ ਕਰੇਗੀ। ਤੁਸੀਂ ਸਮਝਦੇ ਕਿ ਉਹਨਾਂ ਦੇ ਵੱਲੋਂ ਹੁਣ ਤੱਕ ਕੋਈ ਕਾਰਵਾਈ ਕੀਤੀ ਗਈ ਹੈ? ਕੋਈ ਕਾਰਵਾਈ ਨਹੀਂ ਇਹ ਕਰ ਸਕਦੇ।
ਇਹ ਝੂਠ ਬੋਲਦੇ ਆ। ਪੰਥ ਕਾਰਵਾਈ ਕਰੂ ਹੁਣ ਇਹਨਾਂ ਤੇ। ਓਕੇ, ਪੁਲਿਸ ਨੂੰ ਸ਼ਿਕਾਇਤ ਦੇਣੀ ਚਾਹੀਦੀ ਹੈ, ਕਿਉਂਕਿ ਪੁਲਿਸ ਦੇ ਵੱਲੋਂ ਇਨਵੈਸਟੀਗੇਸ਼ਨ ਕੀਤੀ ਜਾਣੀ ਚਾਹੀਦੀ ਹੈ ਪੁਲਿਸ ਦੇ ਵੱਲੋਂ, ਪਰ ਇਨਵੈਸਟੀਗੇਸ਼ਨ ਹਜੇ ਤੱਕ ਕੋਈ ਵੀ ਇਹਨਾਂ ਦੇ ਜਿਹੜੇ ਪ੍ਰਧਾਨ ਨੇ ਉਹਨਾਂ ਦੇ ਵੱਲੋਂ ਸ਼ਿਕਾਇਤ ਨਹੀਂ ਦਰਜ ਕਰਾਈ ਗਈ। ਅਗਰ ਕੋਈ ਵੀ ਦਰਬਾਰ ਸਾਹਿਬ ਦੇ ਵਿੱਚ ਘਟਨਾ ਹੁੰਦੀ ਆ ਉਸੇ ਟਾਈਮ ਸ਼ਿਕਾਇਤ ਦਰਜ ਕਰਾ ਦਿੰਦੇ ਨੇ, ਪਰ ਇਸ ਵੇਲੇ ਕੋਈ ਵੀ ਸ਼ਿਕਾਇਤ ਦਰਜ ਨਹੀਂ ਕਰਾਈ ਗਈ ਇਹਨਾਂ ਦੇ ਵੱਲੋਂ। ਅਸੀਂ ਇਹਨਾਂ ਤੇ ਪਰਚਾ ਦਰਜ ਕਰਾਉਣਾ ਚਾਹੁੰਦੇ ਹਾਂ ਕਿ ਜੇ ਗੁਰੂ ਗ੍ਰੰਥ ਸਾਹਿਬ ਜੀ ਦੇ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਮ ਤੇ ਜਾਇਦਾਦ ਲੱਗ ਸਕਦੀ, ਜ਼ਮੀਨ ਲੱਗ ਸਕਦੀ ਆ, ਤੇ ਫਿਰ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਜਿਹੜਾ ਪਾਪ ਆ ਉਹਦੇ ਲਈ ਜਿਹੜੇ ਭਾਗੀਦਾਰ ਨੇ ਪਾਪ ਵਿੱਚ, ਉਹਨਾਂ ਨੂੰ ਕਰੜੀਆਂ ਸਜ਼ਾਵਾਂ ਨਹੀਂ ਮਿਲਣੀਆਂ ਚਾਹੀਦੀਆਂ। ਜੇ ਇੱਕ ਵਿਅਕਤੀ ਦਾ ਕਤਲ ਹੋ ਜਾਂਦਾ, ਇੱਕ ਸੁਪਰੀਮ ਕੋਰਟ ਦਾ ਲਾਅ ਆ, ਉਹਦੇ ਆਰਡਰਾਂ ਦੇ ਵਿੱਚ ਉਹਨੇ ਲਿਖਿਆ ਹੈ ਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ ਇੱਕ ਜਾਗ ਜੋਤ ਸਤਿਗੁਰੂ ਨੇ ਸਿੱਖਾਂ ਦੇ, ਠੀਕ ਆ ਜੀ, ਜਿਵੇਂ ਇੱਕ ਜਿੰਦਾ ਸਰੀਰ ਹੈ ਇਸ ਤਰ੍ਹਾਂ ਉਹਨਾਂ ਨੇ ਮੰਨਿਆ, ਸੁਪਰੀਮ ਕੋਰਟ ਨੇ ਮੰਨਿਆ। ਤੇ ਜੇ ਗੁਰੂ ਸਾਹਿਬ ਜੀ ਦੀ ਬੇਅਦਬੀ ਹੋ ਜਾਂਦੀ, ਲਾਪਤਾ ਜਾਂ ਜੋ ਵੀ ਹੋਇਆ ਵਾਪਰਿਆ, ਉਹਦੇ ਲਈ ਜੇ ਇੱਕ ਵਿਅਕਤੀ ਦੇ ਕਤਲ ਦਾ 302 ਦਾ ਮੁਕੱਦਮਾ ਦਰਜ ਹੁੰਦਾ, ਤੇ ਮੈਂ ਤਾਂ ਕਹਿੰਦਾ ਇੱਕ ਕਾਨੂੰਨ ਵਿੱਚ ਸੋਧ ਕਰਕੇ ਇੱਕ ਨਵਾਂ ਬਿੱਲ ਲਿਆਂਦਾ ਜਾਵੇ ਜਿਹੜਾ ਕਿ ਕਿਸੇ ਵੀ ਕੌਮ ਦੇ, ਕਿਸੇ ਵੀ ਧਰਮ ਦਾ, ਕੋਈ ਵੀ ਧਾਰਮਿਕ ਗ੍ਰੰਥ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਕਿਸੇ ਵੀ ਧਰਮ ਦੇ ਗ੍ਰੰਥ ਦੀ ਵੀ ਬੇਅਦਬੀ ਘਟਨਾ ਵਾਪਰਦੀ ਆ, ਤੇ ਇਹੋ ਜਿਹਾ ਕਾਨੂੰਨ ਪਾਸ ਹੋਵੇ ਜਿਹਦੇ ਤਹਿਤ ਏਡੀਆਂ ਕਰੜੀਆਂ ਸਖਤ ਧਾਰਾਵਾਂ ਸਜ਼ਾਵਾਂ ਹੋਣ ਕਿ ਕੋਈ ਹਿੰਮਤ ਨਾ ਕਰੇ ਵਿਅਕਤੀ ਕੋਈ ਵੀ ਉੱਠ ਕੇ ਕਿਸੇ ਵੀ ਧਰਮ 'ਚੋਂ ਕਿਸੇ ਵੀ ਧਾਰਮਿਕ ਗ੍ਰੰਥ ਨੂੰ ਨਾਲ ਛੇੜਛਾੜ ਕਰਨ ਦੀ, ਤੇ ਘੱਟੋ ਘੱਟ ਸਜ਼ਾਏ ਮੌਤ ਅਸੀਂ ਮੰਗ ਕਰਦੇ ਹਾਂ। ਫਿਰ ਸਾਡੇ ਮਨ ਨੂੰ ਠੰਡ ਪੈਂਦੀ ਹੈ। ਸਰ, ਪਟਿਆਲੇ ਦੇ ਵਿੱਚ ਇੱਕ ਸਰੂਪ ਗੈਪ ਹੋਣ ਤੇ ਉਸੇ ਟਾਈਮ ਹੀ ਕਾਰਵਾਈ ਹੋ ਜਾਂਦੀ ਹੈ, ਪਰ ਇੱਥੇ 328 ਸਰੂਪ ਗੈਪ ਹੋਏ ਨੇ, ਹਜੇ ਤੱਕ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਨਹੀਂ ਕੀਤੀ ਗਈ ਜੀ। ਇਹ ਫਿਰ ਬਾਦਲ ਪਰਿਵਾਰ ਹੀ ਬੈਠਾ ਨਾ ਉੱਤੇ, ਉਹਨਾਂ ਨੇ ਵੀ ਸਾਨੂੰ ਕਿਹਨੇ ਪੁੱਛਣਾ, ਇਹ ਪੰਥ ਪੁੱਛਣ ਵਾਲਾ ਬੈਠਾ, ਅਸੀਂ ਪੁੱਛਾਂਗੇ ਇਹਨਾਂ ਨੂੰ, ਘੇਰਾਂਗੇ, ਸਭ ਕੁਝ ਹੋਊ ਇਹਨਾਂ 'ਤੇ। ਸਰ, ਲਗਾਤਾਰ ਵੱਖ-ਵੱਖ ਪਾਰਟੀਆਂ ਦੇ ਵੱਲੋਂ ਇਹ ਵਿਰੋਧ ਕੀਤਾ ਜਾ ਰਿਹਾ, ਪਰ ਕਾਂਗਰਸ ਸਰਕਾਰ ਦਾ ਹਜੇ ਤੱਕ ਕੋਈ ਵੀ ਬਿਆਨ ਨਹੀਂ ਆਇਆ, ਤੇ ਕਾਰਨ ਕੀ ਹੈ ਜੀ? ਇਹ ਤਾਂ ਜਿਸ ਦਿਨ ਪੰਥ ਇੱਥੇ ਬੈਠ ਗਿਆ ਫਿਰ ਵੇਖਾਂਗੇ। ਅਜੇ ਤਾਂ ਅਸੀਂ ਕਹਿ ਰਹੇ ਹਾਂ ਵੀ ਸਰਕਾਰ ਹਰਕਤ ਵਿੱਚ ਆਵੇ, ਇਹਨਾਂ ਨੂੰ ਪੁੱਛੇ, ਪਰ ਇਹ ਜਿਹੜਾ ਹੈ ਇਹ ਲਮਕਾਇਆ ਜਾ ਰਿਹਾ, ਇਹ ਮਸਲਾ ਜਿਹੜਾ ਇਹਨਾਂ ਦੇ ਗਲੇ ਦੀ ਹੱਡੀ ਬਣ ਜੂ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦਾ ਜਵਾਬ ਦੇ ਹੋਣਾ ਪਊਗਾ। ਅੱਜ ਤੁਹਾਡੀ ਕੀ ਮੰਗ ਹੈ ਜੀ? ਸਿੱਖ ਸੰਗਤ ਅੱਜ ਪਹੁੰਚੀ ਹੈ ਡੀਸੀ ਦਫ਼ਤਰ, ਤੁਹਾਡੀ ਕੀ ਮੰਗ ਹੈ ਜੀ? ਅਸੀਂ ਤਾਂ ਇਹਨਾਂ ਤੇ ਜਿਹੜੀ ਆ ਇਹ ਮੰਗ ਕਰਨ ਆਏ ਆ ਕਿ ਜਿਹੜਾ ਆ ਡੀਸੀ ਸਾਹਿਬ ਆ ਤੇ ਪੰਜਾਬ ਸਰਕਾਰ ਆ, ਇਹ ਸ਼੍ਰੋਮਣੀ ਕਮੇਟੀ ਦੇ ਉੱਤੇ ਇੱਕ ਬਣਦਾ ਲਾ ਕੇ ਇੱਕ ਲਾਓ ਬਣਿਆ ਹੈ, ਉਹਦੇ ਮੁਤਾਬਕ ਛਪਵਾਈ ਜਿਹੜੀ ਆ ਉਹ ਹਾਲ ਦੀ ਘੜੀ ਰੋਕੀ ਜਾਵੇ। ਪਹਿਲੋਂ ਪੁਰਾਣੇ ਸਰੂਪਾਂ ਦੀ ਸਾਂਭ ਸੰਭਾਲ ਕੀਤੀ ਜਾਵੇ, ਸਾਨੂੰ ਪਤਾ ਲੱਗ ਸਕੇ ਕਿ ਟੋਟਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿੰਨੇ ਗੁਰੂ ਗ੍ਰੰਥ ਸਾਹਿਬ ਦੀ ਛਪਾਈ ਕੀਤੀ ਆ, ਕਿੰਨੇ ਸਰੂਪ ਅੱਜ ਤੱਕ ਜਿਹੜੇ ਬਿਰਧ ਨੇ ਉਹ ਜਿਹੜੇ ਗੋਇੰਦਵਾਲ ਸਾਹਿਬ ਪਹੁੰਚਾਏ ਗਏ ਆ, ਤੇ ਗਾਂ ਅਜੇ ਸਰੂਪ ਨਹੀਂ ਛਾਪਣੇ ਚਾਹੀਦੇ ਸਰ। ਅਗਰ ਆਉਣ ਵਾਲੇ ਸਮੇਂ ਦੇ ਵਿੱਚ ਛਪਾਈ ਨੂੰ ਨਹੀਂ ਰੋਕਿਆ ਜਾਂਦਾ, ਸਿੱਖ ਸੰਗਤਾਂ ਵੱਲੋਂ ਕੀ ਕੀਤਾ ਜਾਏਗਾ ਜੀ? ਫਿਰ ਇਹ ਪੰਥ ਫੈਸਲਾ ਕਰੂਗਾ ਜੀ, ਪੰਥ ਵੱਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਸ਼ਾਂ ਅਤੇ ਵਿਦੇਸ਼ਾਂ ਵਿੱਚ ਜਿੱਥੇ ਵੀ ਸਿੱਖ ਸੰਗਤਾਂ ਵਸਦੀਆਂ, ਉਹਨਾਂ ਨੇ ਗੁਰਦੁਆਰਾ ਸਾਹਿਬ ਬਣਾ ਕਰਕੇ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਪ੍ਰਕਾਸ਼ ਕੀਤੇ ਆ। ਹਰ ਇੱਕ ਗੁਰਦੁਆਰਾ ਸਾਹਿਬ ਦੇ ਅੰਦਰ 4 ਜਾਂ 5 ਗੁਰੂ ਗ੍ਰੰਥ ਸਾਹਿਬ ਦੇ ਸਰੂਪ ਆ, ਜਦੋਂ ਕਿ ਸਾਡੇ ਕੋਲੇ ਅੱਜ ਤੋਂ 3 ਸਦੀਆਂ ਪਹਿਲਾਂ ਬਾਬਾ ਦੀਪ ਸਿੰਘ ਜੀ ਨੇ 4 ਸਰੂਪ ਲਿਖੇ ਸੀ, ਅਜੇ ਤੱਕ ਬਿਰਧ ਨਹੀਂ ਉਹ ਪ੍ਰਕਾਸ਼ਮਾਨ ਹੁੰਦੇ ਆ। ਸ਼੍ਰੋਮਣੀ ਕਮੇਟੀ ਧੜਾ ਧੜ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਛਾਪੀ ਜਾਂਦੀ ਆ, ਲੋਕ ਸਾਂਭ ਸੰਭਾਲ ਨਹੀਂ ਕਰਦੇ, ਤੇ ਗੁਰਦੁਆਰਿਆਂ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੀ ਬੇਅਦਬੀ ਹੁੰਦੀ ਆ। ਅਸੀਂ ਸਿੱਖ ਸੰਗਤਾਂ ਦੇ ਰੂਪ ਵਿੱਚ ਅੱਜ ਡੀਸੀ ਨੂੰ ਯਾਦ ਪੱਤਰ ਦੇਣ ਵਾਸਤੇ ਆਏ ਹਾਂ ਕਿ ਸ਼੍ਰੋਮਣੀ ਕਮੇਟੀ ਵੱਲੋਂ ਜਿਹੜੇ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਛਪਾਈ ਹੁੰਦੀ ਆ, ਉਹ ਮੁਕੰਮਲ ਤੌਰ 'ਤੇ ਬੰਦ ਹੋਣੀ ਚਾਹੀਦੀ ਆ। ਇਸੇ ਤਰ੍ਹਾਂ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਥੱਲੇ ਮਹੀਨੇ ਵਿੱਚ 2 ਵਾਰ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਅਗਨ ਭੇਟ ਕੀਤਾ ਜਾਂਦਾ, ਜਦੋਂ ਕਿ ਉਹ ਪਾਵਨ ਸਰੂਪ 3 ਜਗ੍ਹਾ ਤੋਂ ਬਿਰਧ ਹੁੰਦੇ ਆ। ਸ਼ੁਰੂ ਵਾਲੇ ਅੰਗ, ਸ੍ਰੀ ਮੁੱਖ ਵਾਕ ਲੈਣ ਵਾਲੇ ਅੰਗ ਤੇ ਭੋਗ ਵਾਲੇ ਅੰਗ, ਉਹ ਬਦਲੇ ਜਾ ਸਕਦੇ ਆ, ਪਰ ਸ਼੍ਰੋਮਣੀ ਕਮੇਟੀ ਮਹੀਨੇ ਵਿੱਚ 2 ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਅਗਨ ਭੇਟ ਕਰਦੀ ਆ। ਅਸੀਂ ਅੱਜ ਸੰਗਤੀ ਰੂਪ ਵਿੱਚ ਨਵੀਂ ਛਪਾਈ ਤੇ ਅਗਨ ਭੇਟ ਵਾਸਤੇ ਪੱਕੀ ਰੋਕ ਲੱਗਣੀ ਚਾਹੀਦੀ ਆ। ਇਸੇ ਤਰ੍ਹਾਂ 2016 ਦੇ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਥੱਲੇ ਅਣਗਿਣਤ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਹੋਈ। ਜਿਹੜੇ ਉਸ ਟਾਈਮ 'ਤੇ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰ ਸਨ, ਉਹਨਾਂ ਦੇ ਉੱਪਰ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸੇ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੈਨੇਡਾ ਦੀ ਧਰਤੀ 'ਤੇ 450 ਸਰੂਪ ਘੱਲੇ ਸਨ, ਉਹਨਾਂ ਦੀ ਕੈਨੇਡਾ ਦੀ ਧਰਤੀ 'ਤੇ ਜਾ ਕਰਕੇ ਸਾਂਭ ਸੰਭਾਲ ਨਹੀਂ ਕੀਤੀ। ਉੱਥੇ ਵੀ ਕੈਨੇਡਾ ਦੀ ਧਰਤੀ 'ਤੇ 450 ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਹੋਈ ਆ। ਇਸ ਕਰਕੇ ਅਸੀਂ ਮੰਗ ਕਰਦੇ ਹਾਂ ਕਿ ਉਹਨਾਂ ਦੇ ਉੱਪਰ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਜੇਕਰ ਪ੍ਰਸ਼ਾਸਨ ਤੇ ਸਰਕਾਰ ਵੱਲੋਂ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰ ਸਮੇਤ ਬਾਦਲ ਪਰਿਵਾਰ ਜੇਕਰ ਇਹਨਾਂ ਦੇ ਉੱਪਰ ਕਾਨੂੰਨੀ ਬਣਦੀ ਕਾਰਵਾਈ ਨਾ ਕੀਤੀ ਗਈ, ਆਉਣ ਵਾਲੇ ਸਮੇਂ ਵਿੱਚ ਹਾਲਾਤ ਵਿਗੜਦੇ, ਕੋਈ ਅਣਸੁਖਾਵੀ ਘਟਨਾ ਵਾਪਰਦੀ ਆ, ਫਿਰ ਉਸ ਦਾ ਜ਼ਿੰਮੇਵਾਰ ਮੌਕੇ ਦਾ ਪ੍ਰਸ਼ਾਸਨ ਤੇ ਸਰਕਾਰ ਜ਼ਿੰਮੇਵਾਰ ਹੋਵੇਗੀ। ਇਸ ਕਰਕੇ ਅਸੀਂ ਪ੍ਰਸ਼ਾਸਨ ਸਰਕਾਰ ਨੂੰ ਸੂਚਿਤ ਕਰਨ ਵਾਸਤੇ ਆਏ ਹਾਂ ਕਿ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬੇਅਦਬੀ ਦੇ ਦੋਸ਼ੀ ਆ, ਇਹਨਾਂ ਤੇ ਬਣਦੀ ਕਾਰਵਾਈ ਕੀਤੀ ਜਾਵੇ। ਨਵੀਂ ਛਪਾਈ ਤੇ ਜਿਹੜੇ ਬਿਰਧ ਕਹਿ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਅਗਨ ਭੇਟ ਕੀਤੇ ਜਾਂਦੇ ਆ, ਇਹਨਾਂ ਤੇ ਪੱਕੀ ਰੋਕ ਲੱਗੀ ਜਾਵੇ। ਅਸੀਂ ਯਾਦ ਪੱਤਰ ਅੱਜ ਅਸੀਂ ਡੀਸੀ ਨੂੰ ਦੇਣ ਵਾਸਤੇ ਆਏ ਹਾਂ। ਅੱਜ ਦਾ ਸਾਡਾ ਇਹ ਮਸਲਾ ਹੈ। ਸਿੰਘ ਸਾਹਿਬ 328 ਸਰੂਪ ਗੁੰਮ ਹੋ ਗਏ, ਉਹਦੇ 328 ਸਰੂਪ ਗੁੰਮ ਹੋ ਗਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ। ਉਹਨਾਂ ਦੇ ਅਧਿਕਾਰੀਆਂ ਨੂੰ, ਕਰਮਚਾਰੀਆਂ ਨੂੰ ਦੋਸ਼ੀ ਠਹਿਰਾ ਕੇ ਉਹਨਾਂ ਦੇ ਉੱਤੇ ਪਹਿਲੇ ਕਿਹਾ ਗਿਆ ਸੀ ਕਿ FIR ਦਰਜ ਕਰਾਵਾਂਗੇ। ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਅਸੀਂ ਆਪ ਸਮਰਥ ਹਾਂ, ਅਸੀਂ ਆਪ ਕਾਰਵਾਈ ਕਰਾਂਗੇ। ਕਿਆ ਇਸ ਸਾਰੇ ਮਾਮਲੇ ਦੇ ਵਿੱਚ ਤੁਸੀਂ ਕੀ ਦੇਖਦੇ ਹੋ? ਦੇਖੋ, ਸ਼੍ਰੋਮਣੀ ਕਮੇਟੀ ਜਿਹੜੀ ਹੈ ਨਾ ਬਦਨਾਮ ਹੋ ਚੁੱਕੀ ਆ। ਅੱਗੇ ਸ਼੍ਰੋਮਣੀ ਕਮੇਟੀ ਸੀ, ਅੱਜ ਇਹ ਬਾਦਲ ਕਮੇਟੀ ਆ। ਇਸ ਕਰਕੇ ਸਿੱਖ ਸੰਗਤਾਂ ਨੂੰ, ਸਮੁੱਚੇ ਪੰਥ ਨੂੰ ਸ਼੍ਰੋਮਣੀ ਕਮੇਟੀ ਦੇ ਉੱਪਰ ਕੋਈ ਵਿਸ਼ਵਾਸ ਨਹੀਂ। ਸਿੱਖ ਸੰਗਤਾਂ ਆਪ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਆ ਮੌਕੇ ਦੇ ਜਿਹੜੇ ਪ੍ਰਬੰਧਕ ਸੀ ਉਹਨਾਂ ਤੇ ਖੁਦ ਕਰਵਾਉਣਗੇ। ਕਿਹੋ ਜਿਹੀ ਕਾਰਵਾਈ ਹੋ ਸਕਦੀ ਸਿੱਖ ਸੰਗਤ ਵੱਲੋਂ ਕਿਹੋ ਜਿਹੀ ਕਾਰਵਾਈ ਹੋ ਸਕਦੀ? ਉਹ ਜਿਹੜੀ ਕਾਨੂੰਨੀ ਕਾਰਵਾਈ ਆ, ਜਿਹੜੇ ਕਾਨੂੰਨ ਦੇ ਮਾਹਰ ਆ ਜਾਂ ਪ੍ਰਸ਼ਾਸਨ ਵਾਲੇ, ਉਹਨਾਂ ਸਾਰਿਆਂ ਨੂੰ ਪਤਾ ਵੀ ਇਹਨਾਂ ਤੇ ਕੀ ਧਾਰਾ ਲੱਗਦੀ ਆ, ਕੀ ਕਾਨੂੰਨੀ ਕਾਰਵਾਈ ਬਣਦੀ ਆ। ਭਾਈ ਸਾਹਿਬ, ਗੁਟਕਾ ਸਾਹਿਬ ਦੀ ਬੇਅਦਬੀ ਹੋ ਜਾਵੇ 295 ਲਾਈ ਜਾਂਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਸਰੂਪ ਇੱਕ ਨੇ, 450 ਸਰੂਪ ਇੱਕ ਨੇ, 125 ਸਰੂਪ ਇੱਕ ਨੇ, 61 ਸਰੂਪ ਇੱਕ ਨੇ। ਇਹਨਾਂ ਤੇ ਕਿਹੜੀ ਧਾਰਾ ਹੋਣੀ ਚਾਹੀਦੀ ਹੈ? ਅਸੀਂ ਮੰਗ ਕਰਦੇ ਕਿ ਸੁਪਰੀਮ ਕੋਰਟ ਵੱਲੋਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਜਗ ਦੀ ਜੋਤ ਮੰਨਿਆ ਗਿਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੇਕਰ ਪ੍ਰਾਪਰਟੀ ਲੱਗ ਸਕਦੀ ਆ, ਆਮ ਇਨਸਾਨ ਦਾ ਕਤਲ ਹੁੰਦਾ, ਉਹਦੇ ਤੇ 302 ਧਾਰਾ ਲੱਗਦੀ ਹੈ। ਇਸ ਕਰਕੇ ਜੋ ਧਾਰਮਿਕ ਸ਼ਖਸੀਅਤ ਜਾਂ ਧਾਰਮਿਕ ਗੁਰੂ ਆ, ਉਹਦੇ ਤੇ ਜੋ ਬਣਦੀ ਕਾਰਵਾਈ ਆ ਉਹ ਪ੍ਰਸ਼ਾਸਨ ਲਾ ਕਰਕੇ ਤੇ ਇਹਨਾਂ ਨੂੰ ਸਜ਼ਾ ਦੇ। ਸੋ ਅਸੀਂ ਸਿੱਖ ਸੰਗਤ ਜੋ ਕਿ ਅੱਜ ਅੰਮ੍ਰਿਤਸਰ ਦੇ DC ਦਫ਼ਤਰ ਦੇ ਵਿੱਚ ਪਹੁੰਚੀ ਹੈ ਤੇ ਇਹਨਾਂ ਦੇ ਵੱਲੋਂ ਮੰਗ ਪੱਤਰ ਦਿੱਤਾ ਗਿਆ, ਜਿਹਦੇ ਵਿੱਚ ਇਹਨਾਂ ਦੇ ਵੱਲੋਂ ਕਿਹਾ ਗਿਆ ਕਿ ਜਿਹੜੀ ਹਜੇ ਛਪਾਈ ਆ ਉਸ ਨੂੰ ਰੋਕਿਆ ਜਾਵੇ। ਅਗਰ ਆਉਣ ਵਾਲੇ ਸਮੇਂ ਦੇ ਵਿੱਚ ਛਪਾਈ ਨੂੰ ਨਹੀਂ ਰੋਕਿਆ ਜਾਂਦਾ, ਅਗਰ ਕੋਈ ਵੀ ਬੇਅਦਬੀ ਹੁੰਦੀ ਹੈ, ਇਸ ਦਾ ਸਰਕਾਰ ਤੇ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ। ਰੋਜ਼ਾਨਾ ਸਪੋਕਸਮੈਨ TV ਲਈ ਗੁਰਪ੍ਰੀਤ ਸਿੰਘ, ਅੰਮ੍ਰਿਤਸਰ।